ਓਮ ਸ਼੍ਰੀ ਸਾਈ ਨਾਥਾਏ ਨਮਾ। ਅਧਿਆਇ 4 ਸੰਤਾਂ ਦਾ ਅਵਤਾਰ ਕਾਰਜ, ਪਵਿੱਤਰ ਤੀਰਥ ਸ਼ਿਰਡੀ, ਸ਼੍ਰੀ ਸਾਈਂ ਬਾਬਾ ਦੀ ਸ਼ਖਸੀਅਤ, ਗੋਲੀ ਬੂਆ ਦਾ ਅਨੁਭਵ, ਸ਼੍ਰੀ ਵਿਠਲ ਦਾ ਪ੍ਰਗਟ ਹੋਣਾ, ਖਸ਼ੀਰ ਸਾਗਰ ਦੀ ਕਥਾ, ਦਾਸ ਗੰਡੂ ਦਾ ਪ੍ਰਯਾਗ ਇਸ਼ਨਾਨ, ਸ਼੍ਰੀ ਸਾਈਂ ਬਾਬਾ ਦਾ ਸ਼ਿਰਡੀ ਵਿੱਚ ਪਹਿਲੀ ਵਾਰੀ ਆਉਣਾ, 3 ਵਾੜੇ। ਇਹਨਾਂ ਸਾਰਿਆਂ ਵਿਸ਼ਿਆਂ ਉੱਤੇ ਵਰਣਨ ਕੀਤਾ ਗਿਆ ਹੈ। ਸੰਤਾਂ ਦਾ ਅਵਤਾਰ ਕਾਰਜ। ਭਗਵਦ ਗੀਤਾ ਚੌਥਾ ਅਧਿਆਇ 7 ਤੇ 8 ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਜਦੋਂ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ, ਉਦੋਂ ਉਦੋਂ ਮੈਂ ਅਵਤਾਰ ਧਾਰਨ ਕਰਦਾ ਹਾਂ। ਧਰਮ ਦੀ ਸਥਾਪਨਾ, ਦੁਰਾਚਾਰੀਆਂ ਦਾ ਨਾਸ਼ ਅਤੇ ਸਾਧੂਆਂ ਦੀ ਰੱਖਿਆ ਦੇ ਲਈ ਮੈਂ ਯੁੱਗ ਯੁੱਗ ਵਿੱਚ ਜਨਮ ਲੈਂਦਾ ਹਾਂ। ਸਾਧੂ ਅਤੇ ਸੰਤ ਭਗਵਾਨ ਦੇ ਨੁਮਾਇੰਦੇ ਦੇ ਬਰਾਬਰ ਹਨ। ਉਹ ਠੀਕ ਵਕਤ 'ਤੇ ਪ੍ਰਗਟ ਹੋ ਕੇ ਆਪਣੇ ਢੰਗ ਨਾਲ ਆਪਣਾ ਅਵਤਾਰ ਕਾਰਜ ਪੂਰਾ ਕਰਦੇ ਹਨ। ਜਾਂ ਜਦੋਂ ਬ੍ਰਾਹਮਣ, ਖੱਤਰੀ ਅਤੇ ਵੈਸ਼ ਆਪਣੇ ਕਰਤੱਵਾਂ ਨੂੰ ਬੇਮੁਖ ਹੋ ਜਾਂਦੇ ਹਨ, ਜਦੋਂ ਸ਼ੂਦਰ ਉੱਚੀਆਂ ਜਾਤਾਂ ਦੇ ਹੱਕ ਖੋਹਣ ਲੱਗਦੇ ਹਨ, ਜਦੋਂ ਧਰਮ ਦੇ ਗੁਰੂਆਂ ਦਾ ਅਨਾਦਰ ਅਤੇ ਨਿੰਦਿਆ ਹੋਣ ਲੱਗਦੀ ਹੈ, ਜਦੋਂ ਲੋਕ ਮਨਾਹੀ ਵਾਲੇ ਭੋਜਨ ਪਦਾਰਥਾਂ ਅਤੇ ਸ਼ਰਾਬ ਆਦਿ ਦੀ ਵਰਤੋਂ ਕਰਨ ਲੱਗਦੇ ਹਨ, ਜਦੋਂ ਧਰਮ ਦੀ ਆੜ ਵਿੱਚ ਭੈੜੇ ਕੰਮ ਹੋਣ ਲੱਗਦੇ ਹਨ, ਜਦੋਂ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਲੜਨ ਲੱਗਦੇ ਹਨ, ਜਦੋਂ ਬ੍ਰਾਹਮਣ ਸ਼ਾਮ ਦੀ ਪੂਜਾ ਆਦਿ ਧਾਰਮਿਕ ਕਰਮ ਛੱਡ ਦਿੰਦੇ ਹਨ, ਮਿਹਨਤੀ ਲੋਕਾਂ ਨੂੰ ਧਾਰਮਿਕ ਕੰਮਾਂ ਵਿੱਚ ਰੁਚੀ ਨਹੀਂ ਹੁੰਦੀ, ਜਦੋਂ ਗਿਆਨ ਯੋਗੀ ਧਿਆਨ ਆਦਿ ਕਰਨਾ ਛੱਡ ਦਿੰਦੇ ਹਨ, ਅਤੇ ਜਦੋਂ ਆਮ ਲੋਕਾਂ ਦੀ ਇਹ ਧਾਰਨਾ ਹੋ ਜਾਂਦੀ ਹੈ ਕਿ ਸਿਰਫ ਧਨ, ਔਲਾਦ ਅਤੇ ਪਤਨੀ ਹੀ ਸਭ ਕੁਝ ਹੈ, ਅਤੇ ਇਸ ਤਰ੍ਹਾਂ ਜਦੋਂ ਲੋਕ ਸੱਚੇ ਰਾਹ ਤੋਂ ਹਟ ਕੇ ਅਧੋਗਤੀ ਵੱਲ ਜਾਣ ਲੱਗਦੇ ਹਨ, ਤਾਂ ਸੰਤ ਪ੍ਰਗਟ ਹੋ ਕੇ ਆਪਣੇ ਉਪਦੇਸ਼ਾਂ ਅਤੇ ਆਚਰਣ ਨਾਲ ਧਰਮ ਦੀ ਫੇਰ ਸਥਾਪਨਾ ਕਰਦੇ ਹਨ। ਉਹ ਸਮੁੰਦਰ ਦੀ ਰੋਸ਼ਨ ਥੰਮ ਦੀ ਤਰ੍ਹਾਂ ਸਾਨੂੰ ਠੀਕ ਰਾਹ ਦਿਖਾਉਂਦੇ ਹਨ ਅਤੇ ਸੱਚੇ ਰਾਹ 'ਤੇ ਚੱਲਣ ਲਈ ਉਤਸ਼ਾਹਿਤ ਕਰਦੇ ਹਨ। ਇਸੇ ਰਾਹ 'ਤੇ ਅਨੇਕਾਂ ਸੰਤ ਨਿਵਰਤੀਨਾਥ, ਗਿਆਨਦੇਵ, ਮੁਕਤਾਬਾਈ, ਨਾਮਦੇਵ, ਗੋਰਾ, ਗੁਣਾਈ, ਏਕਨਾਥ, ਤੁਕਾਰਾਮ, ਨਰਹਰੀ, ਨਰਸੀ ਭਾਈ, ਸੱਜਣ ਕਸਾਈ, ਸਾਵਤਾ ਮਾਲੀ ਅਤੇ ਰਾਮਦਾਸ ਅਤੇ ਕਈ ਹੋਰ ਸੰਤ ਸੱਚੇ ਰਾਹ ਦੀ ਜਾਣਕਾਰੀ ਕਰਾਉਣ ਲਈ ਵੱਖ-ਵੱਖ ਮੌਕਿਆਂ 'ਤੇ ਪ੍ਰਗਟ ਹੋਏ, ਅਤੇ ਇਹਨਾਂ ਸਭ ਤੋਂ ਬਾਅਦ ਸ਼ਿਰਡੀ ਵਿੱਚ ਸਾਈਂ ਬਾਬਾ ਦਾ ਅਵਤਾਰ ਹੋਇਆ। ਪਵਿੱਤਰ ਤੀਰਥ ਸ਼ਿਰਡੀ ਅਹਿਮਦਨਗਰ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਬੜੇ ਹੀ ਭਾਗਾਂ ਵਾਲੇ ਹਨ, ਜਿੱਥੇ ਅਨੇਕਾਂ ਸੰਤਾਂ ਨੇ ਜਨਮ ਧਾਰਨ ਕੀਤਾ ਅਤੇ ਅਨੇਕਾਂ ਨੇ ਉੱਥੇ ਆਸਰਾ ਪਾਇਆ। ਇੱਦਾਂ ਤੇ ਸੰਤਾਂ ਵਿੱਚ ਸ਼੍ਰੀ ਗਿਆਨੇਸ਼ਵਰ ਮਹਾਰਾਜ ਪ੍ਰਮੁੱਖ ਹਨ। ਸ਼ਿਰਡੀ ਅਹਿਮਦਨਗਰ ਜ਼ਿਲ੍ਹੇ ਦੇ ਕੋਪਰਗਾਂਵ ਤਹਿਸੀਲ ਵਿੱਚ ਹੈ। ਗੋਦਾਵਰੀ ਨਦੀ ਪਾਰ ਕਰਨ ਦੇ ਬਾਅਦ ਰਾਹ ਸਿੱਧਾ ਸ਼ਿਰਡੀ ਨੂੰ ਜਾਂਦਾ ਹੈ। 8 ਮੀਲ ਚੱਲਣ ਤੋਂ ਬਾਅਦ ਜਦੋਂ ਤੁਸੀਂ ਨੀਮ ਗਾਂਵ ਪਹੁੰਚੋਗੇ ਤਾਂ ਉੱਥੋਂ ਸ਼ਿਰਡੀ ਨਜ਼ਰ ਆਉਣ ਲੱਗਦੀ ਹੈ। ਕ੍ਰਿਸ਼ਨਾ ਨਦੀ ਦੇ ਕੰਢੇ 'ਤੇ ਹੋਰ ਤੀਰਥ ਸਥਾਨ ਗਣਗਾਪੁਰ, ਨਰਸਿੰਘਵਾੜੀ ਅਤੇ ਔਦੁੰਬਰ ਦੇ ਵਾਂਗ ਹੀ ਸ਼ਿਰਡੀ ਵੀ ਪ੍ਰਸਿੱਧ ਤੀਰਥ ਹੈ। ਜਿਸ ਤਰ੍ਹਾਂ ਦਾਮੋਜੀ ਨੂੰ ਮੰਗਲਵੇੜਾ ਨੂੰ, ਪੰਡਰਪੁਰ ਦੇ ਨੇੜੇ ਸਮਰੱਥ ਰਾਮਦਾਸ ਨੇ ਸੱਜਣਗੜ੍ਹ ਨੂੰ, ਦਤਾਵਤਾਰ ਸ਼੍ਰੀ ਨਰਸਿੰਘ ਸਰਸਵਤੀ ਨੇ ਵਾੜੀ ਨੂੰ ਪਵਿੱਤਰ ਕੀਤਾ, ਉਸੇ ਤਰ੍ਹਾਂ ਸ਼੍ਰੀ ਸਾਈਨਾਥ ਨੇ ਸ਼ਿਰਡੀ ਵਿੱਚ ਅਵਤਾਰ ਲੈ ਕੇ ਉਸ ਨੂੰ ਪਵਿੱਤਰ ਬਣਾਇਆ। ਸ਼੍ਰੀ ਸਾਈਂ ਬਾਬਾ ਦੀ ਸ਼ਖਸੀਅਤ। ਸ਼੍ਰੀ ਸਾਈਂ ਬਾਬਾ ਦੀ ਨੇੜਤਾ ਨਾਲ ਸ਼ਿਰਡੀ ਦਾ ਮਹੱਤਵ ਖਾਸ ਵੱਧ ਗਿਆ। ਹੁਣ ਅਸੀਂ ਉਹਨਾਂ ਦੇ ਚਰਿੱਤਰ ਦਾ ਅਧਿਐਨ ਕਰਾਂਗੇ। ਉਹਨਾਂ ਨੇ ਇਸ ਭਵਸਾਗਰ ਨੂੰ ਸਰ ਕਰ ਲਿਆ ਸੀ, ਜਿਸ ਨੂੰ ਪਾਰ ਕਰਨਾ ਬਹੁਤ ਹੀ ਮੁਸ਼ਕਲ ਹੈ। ਸ਼ਾਂਤੀ ਉਹਨਾਂ ਦਾ ਗਹਿਣਾ ਸੀ ਅਤੇ ਉਹ ਗਿਆਨ ਦਾ ਪ੍ਰਤੱਖ ਮੂਰਤ ਸਨ। ਵੈਸ਼ਨਵ ਭਗਤ ਹਮੇਸ਼ਾ ਉੱਥੇ ਆਸਰਾ ਪਾਉਂਦੇ ਸੀ। ਦਾਨਵੀਰਾਂ ਵਿੱਚ ਉਹ ਰਾਜਾ ਕਰਨ ਵਾਂਗ ਦਾਨੀ ਸਨ। ਉਹ ਸਾਰੇ ਸਾਰਾਂ ਦੇ ਸਾਰ ਰੂਪ ਸੀ। ਦੁਨਿਆਵੀ ਚੀਜ਼ਾਂ ਨਾਲ ਉਹਨਾਂ ਨੂੰ ਕੋਈ ਰੁਚੀ ਨਹੀਂ ਸੀ। ਸਦਾ ਆਤਮ ਸਰੂਪ ਵਿੱਚ ਮਗਨ ਰਹਿਣਾ ਹੀ ਉਹਨਾਂ ਦੇ ਜੀਵਨ ਦਾ ਪ੍ਰਮੁੱਖ ਮੰਤਵ ਸੀ। ਸੰਸਾਰਿਕ ਚੀਜ਼ਾਂ ਦਾ ਮੋਹ ਉਹਨਾਂ ਨੇ ਛੁਹਿਆ ਤੱਕ ਨਹੀਂ ਸੀ। ਉਹਨਾਂ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਸੀ। ਉਹਨਾਂ ਦੇ ਸ਼੍ਰੀ ਮੁਖ ਤੋਂ ਹਮੇਸ਼ਾ ਅੰਮ੍ਰਿਤ ਵਰਖਾ ਹੁੰਦੀ ਸੀ। ਅਮੀਰ ਅਤੇ ਗਰੀਬ ਉਹਨਾਂ ਲਈ ਇੱਕ ਬਰਾਬਰ ਸਨ। ਮਾਨ ਅਪਮਾਨ ਦੀ ਕੋਈ ਉਹਨਾਂ ਨੂੰ ਪਰਵਾਹ ਨਹੀਂ ਸੀ। ਉਹ ਨਿਡਰ ਹੋ ਕੇ ਬੋਲਦੇ, ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਮਿਲ ਜੁਲ ਕੇ ਰਹਿੰਦੇ, ਨੱਚਣ ਵਾਲੀਆਂ ਦਾ ਨਾਚ ਵੇਖਦੇ ਅਤੇ ਗਜ਼ਲ ਕਵਾਲੀਆਂ ਵੀ ਸੁਣਦੇ ਸੀ। ਇਹਨਾਂ ਸਭ ਕੁਝ ਕਰਦੇ ਹੋਏ ਵੀ ਉਹਨਾਂ ਦੀ ਸਮਾਧੀ ਜਰਾ ਵੀ ਭੰਗ ਨਹੀਂ ਹੁੰਦੀ ਸੀ। ਅੱਲਾ ਦਾ ਨਾਂ ਸਦਾ ਉਹਨਾਂ ਦੇ ਮੂੰਹ 'ਤੇ ਰਹਿੰਦਾ ਸੀ। ਜਦੋਂ ਦੁਨੀਆ ਜਾਗਦੀ ਤਾਂ ਉਹ ਸੌਂਦੇ, ਅਤੇ ਜਦੋਂ ਦੁਨੀਆ ਸੌਂਦੀ ਤੇ ਉਹ ਜਾਗਦੇ ਸੀ। ਉਹਨਾਂ ਦਾ ਦਿਲ ਪ੍ਰਸ਼ਾਂਤ ਮਹਾਸਾਗਰ ਵਾਂਗ ਸ਼ਾਂਤ ਸੀ। ਨਾ ਉਹਨਾਂ ਦਾ ਰਿਹਾਇਸ਼ ਦਾ ਕੋਈ ਪਤਾ ਸੀ ਅਤੇ ਨਾ ਉਹਨਾਂ ਦੇ ਕੰਮ ਕਰਨ ਦੇ ਢੰਗ ਦੀ ਕੋਈ ਅੰਤ ਸੀ।
ਕਹਿਣ ਨੂੰ ਤਾਂ ਉਹ ਇੱਕ ਥਾਂ ਤੇ ਰਹਿੰਦੇ ਸਨ, ਪਰ ਦੁਨੀਆ ਦੇ ਸਾਰੇ ਕਾਰ ਵਿਹਾਰ ਅਤੇ ਵਪਾਰਾਂ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਗਿਆਨ ਸੀ। ਉਹਨਾਂ ਦਾ ਦਰਬਾਰ ਦਾ ਰੰਗ ਹੀ ਨਿਰਾਲਾ ਸੀ। ਉਹ ਹਰ ਰੋਜ਼ ਅਨੇਕ ਕਥਾਵਾਂ ਸੁਣਾਉਂਦੇ ਸੀ, ਪਰ ਉਹਨਾਂ ਦੀ ਅਖੰਡ ਸ਼ਾਂਤੀ ਜਰਾ ਵੀ ਭੰਗ ਨਹੀਂ ਹੁੰਦੀ ਸੀ। ਉਹ ਸਦਾ ਮਸਜਿਦ ਦੀ ਕੰਧ ਦੇ ਸਹਾਰੇ ਬੈਠੇ ਰਹਿੰਦੇ ਸੀ ਅਤੇ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਲੇਂਡੀ ਅਤੇ ਚਾਵੜੀ ਵਾਲੀ ਹਵਾ ਖਾਣ ਲਈ ਜਾਂਦੇ ਤਾਂ ਵੀ ਸਦਾ ਆਤਮ ਸਥਿਤ ਹੀ ਰਹਿੰਦੇ ਸੀ। ਆਪ ਹੀ ਉਹ ਸਿੱਧ ਹੋ ਕੇ ਸਾਧਕਾਂ ਵਾਂਗ ਆਚਰਣ ਕਰਦੇ ਸੀ। ਉਹ ਨਿਮਰ, ਦਿਆਲੂ ਅਤੇ ਹੰਕਾਰ ਤੋਂ ਦੂਰ ਸੀ। ਉਹਨਾਂ ਨੇ ਸਾਰਿਆਂ ਨੂੰ ਸਦਾ ਸੁੱਖ ਪਹੁੰਚਾਇਆ। ਇੱਦਾਂ ਦੇ ਸਨ ਸ਼੍ਰੀ ਸਾਈਂ ਬਾਬਾ, ਜਿਨ੍ਹਾਂ ਦੇ ਸ਼੍ਰੀ ਚਰਨਾਂ ਦੀ ਛੋਹ ਨਾਲ ਪਵਿੱਤਰ ਸ਼ਿਰਡੀ ਇੱਕ ਬਹੁਤ ਹੀ ਪਵਿੱਤਰ ਥਾਂ ਬਣ ਗਈ। ਉਸ ਦਾ ਮਹੱਤਵ ਅਸਾਧਾਰਨ ਹੋ ਗਿਆ। ਜਿਸ ਤਰ੍ਹਾਂ ਗਿਆਨੇਸ਼ਵਰ ਨੇ ਆਲੰਦੀ ਅਤੇ ਏਕਨਾਥ ਨੇ ਪੈਂਠਣ ਦੀ ਉੱਨਤੀ ਕੀਤੀ, ਉਹੀ ਗਤੀ ਸ਼੍ਰੀ ਸਾਈਂ ਬਾਬਾ ਨੇ ਸ਼ਿਰਡੀ ਨੂੰ ਦਿੱਤੀ। ਸ਼ਿਰਡੀ ਦੇ ਫੁੱਲ, ਪੱਤੇ, ਕੰਕਰ ਅਤੇ ਪੱਥਰ ਵੀ ਧਨ ਹਨ, ਜਿਨ੍ਹਾਂ ਨੂੰ ਸਾਈਂ ਚਰਨਾਂ ਦੀ ਛੋਹ ਅਤੇ ਉਹਨਾਂ ਦੀ ਚਰਨ ਧੂੜ ਮੱਥੇ 'ਤੇ ਧਾਰਨ ਕਰਨ ਦੇ ਚੰਗੇ ਭਾਗ ਪ੍ਰਾਪਤ ਹੋਏ। ਭਗਤਾਂ ਲਈ ਸ਼ਿਰਡੀ ਇੱਕ ਦੂਸਰਾ ਪੰਢਰਪੁਰ, ਜਗਨਨਾਥਪੁਰੀ, ਦਵਾਰਕਾ, ਬਨਾਰਸ, ਮਹਾਕਾਲੇਸ਼ਵਰ ਅਤੇ ਗੋਕਰਨ ਮਹਾਬਾਲੇਸ਼ਵਰ ਬਣ ਗਈ। ਸ਼੍ਰੀ ਸਾਈਂ ਦਾ ਦਰਸ਼ਨ ਕਰਨਾ ਹੀ ਭਗਤਾਂ ਦਾ ਵੇਦ ਮੰਤਰ ਹੈ, ਜਿਸ ਦੇ ਨਾਲ ਸੰਸਾਰਿਕ ਮੋਹ ਘਟਦਾ ਅਤੇ ਆਤਮ ਦਰਸ਼ਨ ਦਾ ਰਾਹ ਸੌਖਾ ਹੋ ਜਾਂਦਾ ਹੈ। ਉਹਨਾਂ ਦੀ ਸ਼੍ਰੀ ਦਰਸ਼ਨ ਹੀ ਯੋਗ ਸਾਧਨਾ ਸੀ ਅਤੇ ਉਹਨਾਂ ਨਾਲ ਗੱਲਬਾਤ ਕਰਨ ਨਾਲ ਹੀ ਸਾਰੇ ਪਾਪ ਨਸ਼ਟ ਹੋ ਜਾਂਦੇ ਸੀ। ਉਹਨਾਂ ਦੇ ਚਰਨਾਂ ਦੀ ਸੇਵਾ ਕਰਨਾ ਹੀ ਤ੍ਰਿਵੇਣੀ ਇਸ਼ਨਾਨ ਕਰਨ ਦੇ ਬਰਾਬਰ ਸੀ ਅਤੇ ਉਹਨਾਂ ਦਾ ਚਰਨ ਅੰਮ੍ਰਿਤ ਪੀਣ ਲਈ ਨਾਲ ਹੀ ਸਾਰੀਆਂ ਇੱਛਾਵਾਂ ਤ੍ਰਿਪਤ ਹੋ ਜਾਂਦੀਆਂ ਸਨ। ਉਹਨਾਂ ਦੀ ਆਗਿਆ ਸਾਡੇ ਲਈ ਵੇਦਾਂ ਵਾਂਗ ਸੀ। ਪ੍ਰਸ਼ਾਦ ਅਤੇ ਉਦੀ ਗ੍ਰਹਿਣ ਕਰਨ ਵਾਲੇ ਚਿੱਤ ਦੀ ਸ਼ੁੱਧੀ ਹੁੰਦੀ ਸੀ। ਉਹੀ ਸਾਡੇ ਰਾਮ ਅਤੇ ਕ੍ਰਿਸ਼ਨ ਜੀ ਸਨ, ਜਿਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ। ਉਹੀ ਸਾਡੇ ਪਾਰ ਬ੍ਰਹਮ ਸੀ। ਉਹ ਕਦੀ ਬੇਚੈਨ ਜਾਂ ਪਰੇਸ਼ਾਨ ਨਹੀਂ ਹੁੰਦੇ ਸੀ। ਉਹ ਸਦਾ ਆਤਮ ਸਥਿਤ, ਚੇਤਨ ਧਨ ਅਤੇ ਆਨੰਦ ਦੀ ਮੰਗਲ ਮੂਰਤੀ ਸਨ। ਕਹਿਣ ਨੂੰ ਤਾਂ ਸਿਰਫ ਉਹਨਾਂ ਦਾ ਮੁੱਖ ਕੇਂਦਰ ਸੀ, ਪਰ ਉਹਨਾਂ ਦਾ ਕੰਮ ਦਾ ਇਲਾਕਾ ਪੰਜਾਬ, ਕਲਕੱਤਾ, ਉੱਤਰੀ ਭਾਰਤ, ਗੁਜਰਾਤ, ਢਾਕਾ ਅਤੇ ਕੋਂਕਣ ਤੱਕ ਫੈਲਿਆ ਹੋਇਆ ਸੀ। ਸ਼੍ਰੀ ਸਾਈਨਾਥ ਦੀ ਕੀਰਤੀ ਦਿਨੋਂ ਦਿਨ ਚਾਰੇ ਪਾਸੇ ਫੈਲੀ ਲੱਗੀ ਅਤੇ ਥਾਂ ਥਾਂ ਤੋਂ ਆ ਕੇ ਭਗਤ ਦਰਸ਼ਨਾਂ ਦਾ ਲਾਭ ਲੈਣ ਲੱਗੇ। ਸਿਰਫ ਦਰਸ਼ਨਾਂ ਨਾਲ ਹੀ ਮਨੁੱਖਾਂ, ਭਾਵੇਂ ਉਹ ਸ਼ੁੱਧ ਜਾਂ ਅਸ਼ੁੱਧ ਦਿਲ ਦੇ ਹੋਣ, ਦੇ ਜਨਮ ਦੇ ਮਨ ਨੂੰ ਪਰਮ ਸ਼ਾਂਤੀ ਮਿਲ ਜਾਂਦੀ ਸੀ। ਉਹਨਾਂ ਨੇ ਉਸ ਆਨੰਦ ਦਾ ਅਨੁਭਵ ਹੁੰਦਾ ਜਿਵੇਂ ਕਿ ਪੰਢਰਪੁਰ ਵਿੱਚ ਇੱਕ ਵਿਠਲ ਦੇ ਦਰਸ਼ਨਾਂ ਨਾਲ ਹੁੰਦਾ ਸੀ। ਇਹ ਕੋਈ ਅਤਕਥਨੀ ਨਹੀਂ ਹੈ। ਦੇਖੋ, ਇੱਕ ਭਗਤ ਨੇ ਇਹੀ ਅਨੁਭਵ ਕੀਤਾ ਹੈ। ਗੌਲੀ ਬੂਆ ਲਗਭਗ 95 ਸਾਲਾਂ ਦੇ ਬਜ਼ੁਰਗ ਭਗਤ, ਜਿਨ੍ਹਾਂ ਦਾ ਨਾਮ ਗੌਲੀ ਬੂਆ ਸੀ, ਪੰਡਰੀ ਦੇ ਇੱਕ ਵਾਰਕਰੀ ਸੀ। ਉਹ 8 ਮਹੀਨੇ ਪੰਢਰਪੁਰ ਅਤੇ 4 ਮਹੀਨੇ ਅੱਸੂ ਦੇ ਤੋਂ ਕੱਤਕ ਤੱਕ ਗੰਗਾ ਕੰਢੇ ਰਹਿੰਦੇ ਸਨ। ਸਮਾਨ ਢੋਣ ਦੇ ਲਈ ਉਹ ਇੱਕ ਖੋਤਾ ਆਪਣੇ ਕੋਲ ਰੱਖਦੇ ਸੀ ਅਤੇ ਇੱਕ ਚੇਲਾ ਉਹਨਾਂ ਦੇ ਨਾਲ ਰਹਿੰਦਾ ਸੀ। ਉਹ ਹਰ ਸਾਲ ਵਾਰੀ ਲੈ ਕੇ ਪੰਢਰਪੁਰ ਜਾਂਦੇ ਸੀ ਅਤੇ ਵਾਪਸੀ ਵੇਲੇ ਸ਼੍ਰੀ ਸਾਈਂ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਆਉਂਦੇ ਸੀ। ਬਾਬਾ ਨਾਲ ਉਹਨਾਂ ਦਾ ਬੇਹੱਦ ਪਿਆਰ ਸੀ। ਉਹ ਬਾਬਾ ਵੱਲ ਦੇਖਦੇ ਅਤੇ ਕਹਿੰਦੇ ਸੀ ਕਿ ਇਹ ਤਾਂ ਸ਼੍ਰੀ ਪੰਡਰੀਨਾਥ, ਸ਼੍ਰੀ ਵਿਠਲ ਦੇ ਅਵਤਾਰ ਹਨ, ਜਿਹੜੇ ਅਨਾਥ ਨਾਥ, ਦੀਨ ਦਿਆਲ ਅਤੇ ਦੀਨਾਂ ਦੇ ਨਾਥ ਹਨ। ਗੌਲੀ ਬੂਆ ਸ਼੍ਰੀ ਵਿਠੋਬਾ ਦੇ ਪਰਮ ਭਗਤ ਸੀ। ਉਹਨਾਂ ਨੇ ਅਨੇਕਾਂ ਵਾਰੀ ਪੰਡਰੀ ਦੀ ਯਾਤਰਾ ਕੀਤੀ ਅਤੇ ਪ੍ਰਤੱਖ ਅਨੁਭਵ ਕੀਤਾ ਕਿ ਸ਼੍ਰੀ ਸਾਈਂ ਬਾਬਾ ਸੱਚਮੁੱਚ ਵਿੱਚ ਹੀ ਪੰਡਰੀਨਾਥ ਹਨ। ਸ਼੍ਰੀ ਵਿਠਲ ਆਪ ਪ੍ਰਗਟ ਹੋਏ। ਸ਼੍ਰੀ ਸਾਈਂ ਬਾਬਾ ਦੀ ਈਸ਼ਵਰ ਧਿਆਨ ਅਤੇ ਭਜਨ ਕਰਨ ਵਿੱਚ ਖਾਸ ਰੁਚੀ ਸੀ। ਉਹ ਸਦਾ ਅੱਲਾ ਮਾਲਕ ਬੋਲਦੇ ਅਤੇ ਭਗਤਾਂ ਕੋਲੋਂ ਕੀਰਤਨ ਸਪਤਾਹ ਕਰਾਉਂਦੇ ਸੀ। ਇਸ ਨੂੰ ਨਾਮ ਸਪਤਾਹ ਵੀ ਕਹਿੰਦੇ ਹਨ। ਇੱਕ ਵਾਰੀ ਉਹਨਾਂ ਨੇ ਦਾਸਗਣੂ ਨੂੰ ਕੀਰਤਨ ਸਪਤਾਹ ਕਰਨ ਦੀ ਆਗਿਆ ਦਿੱਤੀ। ਦਾਸਗਣੂ ਨੇ ਬਾਬਾ ਨੂੰ ਕਿਹਾ, ਤੁਹਾਡੀ ਆਗਿਆ ਸਿਰ ਮੱਥੇ ਹੈ, ਪਰ ਇਸ ਗੱਲ ਦਾ ਭਰੋਸਾ ਮਿਲਣਾ ਚਾਹੀਦਾ ਹੈ ਕਿ ਸਪਤਾਹ ਦੇ ਅੰਤ ਵਿੱਚ ਵਿਠਲ ਜ਼ਰੂਰ ਪ੍ਰਗਟ ਹੋਣਗੇ। ਬਾਬਾ ਨੇ ਆਪਣੇ ਦਿਲ 'ਤੇ ਹੱਥ ਰੱਖ ਕੇ ਕਿਹਾ ਕਿ ਵਿਠਲ ਜ਼ਰੂਰ ਪ੍ਰਗਟ ਹੋਣਗੇ, ਪਰ ਨਾਲ ਹੀ ਭਗਤਾਂ ਵਿੱਚ ਸ਼ਰਧਾ ਅਤੇ ਤੀਬਰ ਉਤਸੁਕਤਾ ਦਾ ਹੋਣਾ ਵੀ ਜ਼ਰੂਰੀ ਹੈ। ਠਾਕੁਰ ਨਾਥ ਦੀ ਡੰਕਪੁਰੀ, ਵਿਠਲ ਦੀ ਪੰਡਰੀ, ਰਣਛੋੜ ਦੀ ਦਵਾਰਕਾ, ਇਹੀ ਤਾਂ ਹੈ। ਕਿਸੇ ਨੂੰ ਦੂਰ ਜਾਣ ਦੀ ਲੋੜ ਹੀ ਨਹੀਂ ਹੈ। ਕਿ ਵਿਠਲ ਕਿਤੋਂ ਬਾਹਰੋਂ ਹੋਣਗੇ? ਉਹ ਤਾਂ ਇੱਥੇ ਹੀ ਵਿਰਾਜਮਾਨ ਹਨ। ਜਦੋਂ ਭਗਤਾਂ ਵਿੱਚ ਪਿਆਰ ਅਤੇ ਭਗਤੀ ਦਾ ਸੋਮਾ ਵਗਦਾ ਹੋਏਗਾ ਤਾਂ ਵਿਠਲ ਆਪ ਹੀ ਇੱਥੇ ਪ੍ਰਗਟ ਹੋ ਜਾਣਗੇ।
ਸਪਤਾਹ ਖਤਮ ਹੋਣ ਦੇ ਬਾਅਦ ਵਿਠਲ ਭਗਵਾਨ ਇਸ ਤਰ੍ਹਾਂ ਪ੍ਰਗਟ ਹੋਏ। ਕਾਕਾ ਸਾਹਿਬ ਦੀਕਸ਼ਿਤ ਹਮੇਸ਼ਾ ਦੀ ਤਰ੍ਹਾਂ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਧਿਆਨ ਕਰਨ ਲਈ ਬੈਠੇ ਤਾਂ ਉਹਨਾਂ ਨੂੰ ਵਿਠਲ ਦਰਸ਼ਨ ਹੋਏ। ਦੁਪਹਿਰ ਨੂੰ ਜਦੋਂ ਉਹ ਬਾਬਾ ਦੇ ਦਰਸ਼ਨਾਂ ਲਈ ਮਸਜਿਦ ਗਏ ਤਾਂ ਬਾਬਾ ਨੇ ਉਹਨਾਂ ਨੂੰ ਪੁੱਛਿਆ, ਕਿਉਂ ਵਿਠਲ ਪਾਟਿਲ ਆਏ ਸੀ ਨਾ, ਕੀ ਤੁਹਾਨੂੰ ਉਹਨਾਂ ਦੇ ਦਰਸ਼ਨ ਹੋਏ? ਉਹ ਬਹੁਤ ਚੰਚਲ ਹਨ, ਉਹਨਾਂ ਨੂੰ ਮਜ਼ਬੂਤੀ ਨਾਲ ਫੜ ਲਵੋ, ਜੇ ਜਰਾ ਵੀ ਢਿੱਲ ਕੀਤੀ ਤਾਂ ਉਹ ਬਚ ਕੇ ਨਿਕਲ ਜਾਣਗੇ। ਇਹ ਸਵੇਰ ਦੀ ਘਟਨਾ ਸੀ ਅਤੇ ਦੁਪਹਿਰ ਨੂੰ ਉਹਨਾਂ ਨੂੰ ਫਿਰ ਦਰਸ਼ਨ ਹੋਏ। ਉਸੇ ਦਿਨ ਇੱਕ ਤਸਵੀਰਾਂ ਵੇਚਣ ਵਾਲਾ ਵਿਠੋਬਾ ਦੀਆਂ 25-30 ਤਸਵੀਰਾਂ ਲੈ ਕੇ ਉੱਥੇ ਵੇਚਣ ਆਇਆ। ਇਹ ਤਸਵੀਰ ਠੀਕ ਉਵੇਂ ਦੀ ਸੀ ਜਿਵੇਂ ਕਿ ਕਾਕਾ ਸਾਹਿਬ ਦੀਕਸ਼ਿਤ ਨੂੰ ਧਿਆਨ ਵਿੱਚ ਦਰਸ਼ਨ ਹੋਏ ਸੀ। ਤਸਵੀਰ ਦੇਖ ਕੇ ਅਤੇ ਬਾਬਾ ਦੇ ਸ਼ਬਦਾਂ ਨੂੰ ਯਾਦ ਕਰਕੇ ਕਾਕਾ ਸਾਹਿਬ ਦੀਕਸ਼ਿਤ ਨੇ ਬੜੀ ਹੈਰਾਨੀ ਅਤੇ ਖੁਸ਼ੀ ਹੋਈ। ਉਹਨਾਂ ਨੇ ਇੱਕ ਤਸਵੀਰ ਖੁਸ਼ੀ ਨਾਲ ਖਰੀਦ ਲਈ ਅਤੇ ਆਪਣੇ ਮੰਦਰ ਵਿੱਚ ਆਦਰ ਨਾਲ ਰੱਖ ਲਈ। ਥਾਣੇ ਦੇ ਸੇਵਾ ਮੁਕਤ ਮਾਮਲੇਦਾਰ ਸ਼੍ਰੀ ਬੀਵੀ ਦੇਵ ਨੇ ਆਪਣੇ ਖੋਜ ਨਾਲ ਇਹ ਸਾਬਤ ਕਰ ਦਿੱਤਾ ਕਿ ਸ਼ਿਰਡੀ ਪੰਢਰਪੁਰ ਦੇ ਘੇਰੇ ਵਿੱਚ ਆਉਂਦੀ ਹੈ। ਦੱਖਣ ਵਿੱਚ ਪੰਢਰਪੁਰ ਸ਼੍ਰੀ ਕ੍ਰਿਸ਼ਨ ਦਾ ਪ੍ਰਸਿੱਧ ਸਥਾਨ ਹੈ, ਇਸ ਲਈ ਸ਼ਿਰਡੀ ਹੀ ਦਵਾਰਕਾ ਹੈ। ਸਾਈਂ ਲੀਲਾ ਮੈਗਜ਼ੀਨ ਭਾਗ 1, 2, 3 ਦੇ ਅਨੁਸਾਰ ਦਵਾਰਕਾ ਦੀ ਇੱਕ ਹੋਰ ਵਿਆਖਿਆ ਸੁਣਨ ਵਿੱਚ ਆਈ ਹੈ ਜੋ ਕਿ ਕੈ ਨਾਰਾਇਣ ਆਇਰ ਦੇ ਲਿਖੇ ਭਾਰਤ ਵਰਸ਼ ਦਾ ਸਥਾਈ ਇਤਿਹਾਸ ਵਿੱਚ ਸਕੰਦ ਪੁਰਾਣ ਭਾਗ 2 ਸਫਾ 90 ਤੋਂ ਲਈ ਗਈ ਹੈ। ਉਹ ਇਸ ਤਰ੍ਹਾਂ ਹੈ, ਚਤੁਰਵਰਨਾਮਪੀ ਵੰਗਾਰਣਾ ਯਤਰ ਦਵਾਰਾਣੀ ਸਰਵਤः ਅਤੋ ਦਵਾਰਾਵਤੀ ਯੁਕਤਾ ਵਿਦਵਦੀਪਸਤਤਵਾਦਿਤੇ। ਜਿਹੜੀ ਥਾਂ 4 ਵਰਨਾਂ ਦੇ ਲੋਕਾਂ ਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਲਈ ਖੁੱਲੀ ਹੋਈ ਹੈ, ਗਿਆਨੀ ਲੋਕ ਉਸ ਨੂੰ ਦਵਾਰਕਾ ਦੇ ਨਾਂ ਨਾਲ ਬੁਲਾਉਂਦੇ ਹਨ। ਸ਼ਿਰਡੀ ਵਿੱਚ ਬਾਬਾ ਦਾ ਮਸਜਿਦ ਸਿਰਫ 4 ਵਰਨਾਂ ਤੋਂ ਦੇ ਲਈ ਨਹੀਂ ਸਗੋਂ ਦਲਿਤ, ਅਛੂਤ, ਭਾਗੋ, ਜੋਸ਼ਿੰਦੇ ਵਰਗੇ ਕੋੜੀ ਆਦਿ ਸਾਰਿਆਂ ਲਈ ਖੁੱਲੀ ਹੈ। ਇਸ ਲਈ ਸ਼ਿਰਡੀ ਨੂੰ ਦਵਾਰਕਾ ਕਹਿਣਾ ਬਿਲਕੁਲ ਠੀਕ ਹੈ। ਭਗਵੰਤ ਰਾਓ ਖੀਰ ਸਾਗਰ ਦੀ ਕਥਾ। ਸ਼੍ਰੀ ਵਿਠਲ ਦੀ ਪੂਜਾ ਵਿੱਚ ਬਾਬਾ ਨੇ ਕਿੰਨੀ ਰੁਚੀ ਸੀ, ਇਹ ਭਗਵੰਤ ਰਾਓ ਖੀਰ ਸਾਗਰ ਦੀ ਕਥਾ ਤੋਂ ਸਪਸ਼ਟ ਹੈ। ਭਗਵੰਤ ਰਾਓ ਦੇ ਪਿਤਾ ਵਿਠੋਬਾ ਦੇ ਪਰਮ ਭਗਤ ਸੀ, ਜਿਹੜੇ ਹਰ ਸਾਲ ਪੰਢਰਪੁਰ ਵਾਰੀ ਚੌਂਕੀ ਲੈ ਕੇ ਜਾਂਦੇ ਸਨ। ਉਹਨਾਂ ਨੇ ਘਰ ਵਿੱਚ ਵਿਠੋਬਾ ਦੀ ਇੱਕ ਮੂਰਤੀ ਸੀ ਜਿਸ ਨੂੰ ਉਹ ਹਰ ਰੋਜ਼ ਪੂਜਾ ਕਰਦੇ ਸੀ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਭਗਵੰਤ ਰਾਓ ਨੇ ਵਾਰੀ, ਪੂਜਾ, ਸ਼ਰਾਧ ਆਦਿ ਸਾਰੇ ਕੰਮ ਕਰਨੇ ਛੱਡ ਦਿੱਤੇ। ਜਦੋਂ ਭਗਵੰਤ ਰਾਓ ਸ਼ਿਰਡੀ ਆਏ ਤਾਂ ਬਾਬਾ ਉਹਨਾਂ ਨੂੰ ਦੇਖਦੇ ਹੀ ਕਹਿਣ ਲੱਗੇ, ਇਹਨਾਂ ਦੇ ਪਿਤਾ ਮੇਰੇ ਪਰਮ ਮਿੱਤਰ ਸੀ, ਇਸ ਕਰਕੇ ਹੀ ਮੈਂ ਇਹਨਾਂ ਨੂੰ ਇੱਥੇ ਬੁਲਾਇਆ ਹੈ। ਇਹਨਾਂ ਨੇ ਕਦੀ ਨਵੇਦ ਅਰਪਣ ਨਹੀਂ ਕੀਤਾ ਅਤੇ ਮੈਨੂੰ ਅਤੇ ਵਿਠੋਬਾ ਨੂੰ ਭੁੱਖੇ ਮਾਰਿਆ, ਇਸ ਲਈ ਮੈਂ ਇਹਨਾਂ ਨੂੰ ਇੱਥੇ ਆਉਣ ਲਈ ਉਤਸ਼ਾਹਿਤ ਕੀਤਾ ਹੈ। ਹੁਣ ਮੈਂ ਇਹਨਾਂ ਨੂੰ ਜ਼ਬਰਦਸਤੀ ਪੂਜਾ ਵਿੱਚ ਲਗਾ ਦੇਵਾਂਗਾ। ਦਾਸ ਗਣੂ ਦਾ ਪ੍ਰਯਾਗ ਇਸ਼ਨਾਨ। ਗੰਗਾ ਤੇ ਜਮਨਾ ਨਦੀ ਦੇ ਸੰਗਮ ਤੋਂ ਪ੍ਰਯਾਗ ਪ੍ਰਸਿੱਧ ਪਵਿੱਤਰ ਤੀਰਥ ਹੈ। ਹਿੰਦੂਆਂ ਦੀ ਇਹ ਭਾਵਨਾ ਹੈ ਕਿ ਉੱਥੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਇਸ ਕਰਕੇ ਹਰੇਕ ਤਿਉਹਾਰ 'ਤੇ ਹਜ਼ਾਰਾਂ ਭਗਤ ਉੱਥੇ ਜਾਂਦੇ ਹਨ ਅਤੇ ਇਸ਼ਨਾਨ ਦਾ ਲਾਭ ਉਠਾਉਂਦੇ ਹਨ। ਇੱਕ ਵਾਰੀ ਦਾਸ ਗਣੂ ਨੇ ਵੀ ਉੱਥੇ ਜਾ ਕੇ ਇਸ਼ਨਾਨ ਕਰਨ ਦਾ ਇਰਾਦਾ ਕੀਤਾ। ਇਸ ਵਿਚਾਰ ਨਾਲ ਉਹ ਬਾਬਾ ਕੋਲੋਂ ਆਗਿਆ ਲੈਣ ਗਏ ਅਤੇ ਬਾਬਾ ਨੇ ਕਿਹਾ, ਇੰਨੀ ਦੂਰ ਫਿਜ਼ੂਲ ਭਟਕਣ ਦੀ ਕੀ ਲੋੜ ਹੈ, ਆਪਣਾ ਪ੍ਰਯਾਗ ਤਾਂ ਇੱਥੇ ਹੀ ਹੈ, ਮੇਰੇ 'ਤੇ ਵਿਸ਼ਵਾਸ ਕਰੋ। ਬੜੀ ਹੈਰਾਨੀ। ਜਿਵੇਂ ਹੀ ਦਾਸ ਗਣੂ ਨੇ ਬਾਬਾ ਦੇ ਚਰਨਾਂ 'ਤੇ ਮੱਥਾ ਟੇਕਿਆ ਤਾਂ ਬਾਬਾ ਨੇ ਸ਼੍ਰੀ ਚਰਨਾਂ ਵਿੱਚੋਂ ਗੰਗਾ, ਜਮਨਾ ਅਤੇ ਧਾਰ ਤੇਜ਼ੀ ਨਾਲ ਵਗਣ ਲੱਗੀ। ਇਹ ਚਮਤਕਾਰ ਵੇਖ ਕੇ ਦਾਸ ਗਣੂ ਦਾ ਪਿਆਰ ਅਤੇ ਭਗਤੀ ਉਮੜ ਪਈ। ਅੱਖਾਂ ਵਿੱਚੋਂ ਅਥਰੂਆਂ ਦੀ ਧਾਰ ਵਗਣ ਲੱਗੀ। ਉਹਨਾਂ ਨੂੰ ਅੰਦਰੋਂ ਕੁਝ ਉਤੇਜਨਾ ਹੋਈ ਅਤੇ ਉਹਨਾਂ ਦੇ ਮੁਖ ਤੋਂ ਸ਼੍ਰੀ ਸਾਈਂ ਬਾਬਾ ਦੇ ਸਿਫਤ ਅਤੇ ਲੀਲਾਵਾਂ ਦਾ ਗੁਣਗਾਨ ਆਪਣੇ ਆਪ ਹੀ ਸ਼ੁਰੂ ਹੋ ਗਿਆ। ਸ਼੍ਰੀ ਸਾਈਂ ਬਾਬਾ ਦਾ ਸ਼ਿਰਡੀ ਵਿੱਚ ਪਹਿਲੀ ਵਾਰ ਆਉਣਾ। ਸ਼੍ਰੀ ਸਾਈਂ ਬਾਬਾ ਦੇ ਮਾਤਾ ਪਿਤਾ, ਉਹਨਾਂ ਦਾ ਜਨਮ ਅਤੇ ਜਨਮ ਦੀ ਥਾਂ ਦਾ ਕਿਸੇ ਨੂੰ ਵੀ ਗਿਆਨ ਨਹੀਂ ਹੈ। ਇਸ ਬਾਰੇ ਵਿੱਚ ਬਹੁਤ ਜਾਂਚ ਪੜਤਾਲ ਕੀਤੀ ਗਈ। ਬਾਬਾ ਕੋਲੋਂ ਅਤੇ ਹੋਰ ਲੋਕਾਂ ਕੋਲੋਂ ਵੀ ਇਸ ਵਿਸ਼ੇ ਵਿੱਚ ਪੁੱਛਗਿੱਛ ਕੀਤੀ ਗਈ, ਪਰ ਕੋਈ ਤਸੱਲੀ ਬਖਸ਼ ਜਵਾਬ ਜਾਂ ਪਤਾ ਹੱਥ ਨਹੀਂ ਆਇਆ। ਅਸਲ ਵਿੱਚ ਅਸੀਂ ਲੋਕ ਇਸ ਵਿੱਚ ਬਿਲਕੁਲ ਅਣਜਾਣ ਹਾਂ। ਨਾਮਦੇਵ ਅਤੇ ਕਬੀਰਦਾਸ ਜੀ ਦਾ ਜਨਮ ਅਤੇ ਆਮ ਲੋਕਾਂ ਵਾਂਗ ਨਹੀਂ ਹੋਇਆ ਸੀ। ਉਹ ਬਾਲ ਰੂਪ ਵਿੱਚ ਕੁਦਰਤ ਦੀ ਗੋਦ ਵਿੱਚ ਮਿਲੇ ਸੀ। ਨਾਮਦੇਵ ਤੀਰਥ ਨਦੀ ਦੇ ਕੰਢੇ 'ਤੇ ਪਏ ਹੋਏ ਤਮਾਲ ਨੂੰ ਮਿਲੇ ਸੀ ਅਤੇ ਇੱਦਾਂ ਹੀ ਸ਼੍ਰੀ ਸਾਈਂ ਬਾਬਾ ਦੇ ਸੰਬੰਧ ਵਿੱਚ ਹੀ ਉਹ ਨਿੰਮ ਦੇ ਦਰਖਤ ਦੇ ਥੱਲੇ 16 ਸਾਲ ਦੀ ਉਮਰ ਵਿੱਚ ਆਪ ਭਗਤਾਂ ਦੇ ਕਲਿਆਣ ਲਈ ਪ੍ਰਗਟ ਹੋਏ ਸੀ।
ਉਸ ਵੇਲੇ ਹੀ ਪੂਰਨ ਬ੍ਰਹਮ ਗਿਆਨੀ ਪ੍ਰਤੀਤ ਹੁੰਦੇ ਸੀ। ਸੁਪਨੇ ਵਿੱਚ ਵੀ ਉਹਨਾਂ ਨੇ ਕਿਸੇ ਦੁਨਿਆਵੀ ਚੀਜ਼ ਦੀ ਇੱਛਾ ਨਹੀਂ ਸੀ। ਉਹਨਾਂ ਨੇ ਮਾਇਆ ਨੂੰ ਠੁਕਰਾ ਦਿੱਤਾ ਸੀ ਅਤੇ ਮੁਕਤੀ ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਸੀ। ਸ਼ਿਰਡੀ ਪਿੰਡ ਦੀ ਇੱਕ ਬਜ਼ੁਰਗ ਔਰਤ ਨਾਨਾ ਚੌਕਦਾਰ ਦੀ ਮਾਤਾ ਨੇ ਉਹਨਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ। ਇੱਕ ਗੱਭਰੂ, ਸੁੰਦਰ, ਫੁਰਤੀਲਾ ਅਤੇ ਬਹੁਤ ਰੂਪਵਾਨ ਬਾਲਕ ਪਹਿਲੀ ਵਾਰ ਨੀਮ ਦੇ ਦਰਖਤ ਥੱਲੇ ਸਮਾਧੀ ਵਿੱਚ ਲੀਨ ਦਿਖਾਈ ਦਿੱਤਾ। ਸਰਦੀ ਅਤੇ ਗਰਮੀ ਦੀ ਉਹਨਾਂ ਨੂੰ ਜਰਾ ਵੀ ਫਿਕਰ ਨਹੀਂ ਸੀ। ਉਹਨਾਂ ਨੂੰ ਇੰਨੀ ਘੱਟ ਉਮਰ ਵਿੱਚ ਇਸ ਤਰ੍ਹਾਂ ਕਠਿਨ ਤਪੱਸਿਆ ਕਰਦੇ ਦੇਖ ਕੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ। ਦਿਨ ਵਿੱਚ ਉਹ ਕਿਸੇ ਨੂੰ ਨਹੀਂ ਮਿਲਦੇ ਸੀ ਅਤੇ ਰਾਤ ਨੂੰ ਨਿਡਰ ਹੋ ਕੇ ਇਕਾਂਤ ਵਿੱਚ ਘੁੰਮਦੇ ਸੀ। ਲੋਕ ਹੈਰਾਨ ਹੋ ਕੇ ਪੁੱਛਦੇ ਫਿਰਦੇ ਸੀ ਕਿ ਇਸ ਜਵਾਨ ਦਾ ਕਿੱਥੋਂ ਆਉਣਾ ਹੋਇਆ ਹੈ। ਉਹਨਾਂ ਦੀ ਬਣਤਰ ਅਤੇ ਸ਼ਕਲ ਇੰਨੀ ਸੁੰਦਰ ਸੀ ਕਿ ਇੱਕ ਵਾਰੀ ਵੇਖਣ ਨਾਲ ਹੀ ਲੋਕ ਖਿੱਚੇ ਜਾਂਦੇ ਸਨ। ਉਹ ਸਦਾ ਨਿੰਮ ਦੇ ਦਰਖਤ ਹੇਠਾਂ ਬੈਠੇ ਰਹਿੰਦੇ ਅਤੇ ਕਿਸੇ ਦੇ ਦਰਵਾਜ਼ੇ ਤੋਂ ਨਹੀਂ ਜਾਂਦੇ ਸੀ। ਭਾਵੇਂ ਉਹ ਵੇਖਣ ਲਈ ਜਵਾਨ ਪ੍ਰਤੀਤ ਹੁੰਦੇ ਸੀ, ਪਰ ਉਹਨਾਂ ਦਾ ਆਚਰਣ ਮਹਾਤਮਾਵਾਂ ਵਰਗਾ ਸੀ। ਉਹ ਤਿਆਗ ਅਤੇ ਵਿਰਾਗ ਦੀ ਪ੍ਰਤੱਖ ਮੂਰਤ ਸਨ। ਇੱਕ ਵਾਰੀ ਇੱਕ ਹੈਰਾਨੀਜਨਕ ਘਟਨਾ ਹੋਈ। ਇੱਕ ਭਗਤ ਵਿੱਚ ਭਗਵਾਨ ਖੰਡੋਬਾ ਦਾ ਪ੍ਰਗਟ ਹੋਏ। ਲੋਕਾਂ ਆਪਣਾ ਸ਼ੱਕ ਦੂਰ ਕਰਨ ਲਈ ਸਵਾਲ ਕੀਤਾ ਕਿ ਇਹ ਦੇਵ ਕਿਰਪਾ ਕਰਕੇ ਦੱਸੋ ਕਿ ਇਹ ਕਿਸ ਭਾਗਾਂ ਵਾਲੇ ਪਿਤਾ ਦੀ ਔਲਾਦ ਹੈ ਅਤੇ ਇਹ ਕਿੱਥੋਂ ਆਏ ਹਨ। ਭਗਵਾਨ ਖੰਡੋਬਾ ਨੇ ਇੱਕ ਗਿਣਤੀ ਮੰਗਵਾਈ ਅਤੇ ਇੱਕ ਥਾਂ ਤੋਂ ਪੁੱਟਣ ਦਾ ਇਸ਼ਾਰਾ ਕੀਤਾ। ਜਦੋਂ ਉਹ ਥਾਂ ਪੂਰੀ ਤਰ੍ਹਾਂ ਪੁੱਟੀ ਗਈ, ਉੱਥੇ ਇੱਕ ਪੱਥਰ ਚੁੱਕਦੇ ਹੀ ਇੱਕ ਦਰਵਾਜ਼ਾ ਦਿਸਿਆ ਜਿੱਥੇ 4 ਦੀਵੇ ਜਗ ਰਹੇ ਸੀ। ਉਸ ਦਰਵਾਜ਼ੇ ਤੋਂ ਰਾਹ ਇੱਕ ਗੁਫਾ ਵਿੱਚ ਜਾਂਦਾ ਸੀ ਜਿੱਥੇ ਗਊਮੁਖੀ ਆਕਾਰ ਦੀ ਇਮਾਰਤ, ਲੱਕੜ ਦੇ ਫੱਟੇ, ਮਾਲਾ ਆਦਿ ਪਈਆਂ ਸਨ। ਭਗਵਾਨ ਖੰਡੋਬਾ ਕਹਿਣ ਲੱਗੇ ਕਿ ਇਸ ਜਵਾਨ ਨੇ ਇਸ ਥਾਂ 'ਤੇ 12 ਸਾਲ ਤਪੱਸਿਆ ਕੀਤੀ ਹੈ। ਤਾਂ ਲੋਕ ਜਵਾਨ ਕੋਲੋਂ ਸਵਾਲ ਪੁੱਛਣ ਲੱਗੇ, ਪਰ ਉਸਨੇ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਮੇਰੇ ਗੁਰੂਦੇਵ ਦਾ ਪਵਿੱਤਰ ਭੂਮੀ ਹੈ, ਇਸ ਲਈ ਮੇਰਾ ਪੂਜਨਯੋਗ ਥਾਂ ਹੈ। ਤਾਂ ਲੋਕਾਂ ਨੇ ਦਰਵਾਜ਼ਾ ਉਸ ਤਰ੍ਹਾਂ ਬੰਦ ਕਰ ਦਿੱਤਾ ਜਿਸ ਤਰ੍ਹਾਂ ਅਸ਼ਵਥ ਅਤੇ ਔਦੁੰਬਰ ਦੇ ਦਰਖਤ ਪਵਿੱਤਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਬਾਬਾ ਨੇ ਇਸ ਨਿੰਮ ਦੇ ਦਰਖਤ ਨੂੰ ਓਨਾ ਹੀ ਪਵਿੱਤਰ ਮੰਨਿਆ ਅਤੇ ਪਿਆਰ ਕੀਤਾ। ਮਾਲਸਾਪਤੀ ਅਤੇ ਸ਼ਿਰਡੀ ਦੇ ਹੋਰ ਭਗਤ ਇਸ ਥਾਂ ਨੂੰ ਬਾਬਾ ਦੀ ਗੁਰੂ ਦੀ ਸਮਾਧੀ ਦੀ ਥਾਂ ਮੰਨ ਕੇ ਹਮੇਸ਼ਾ ਨਮਸਕਾਰ ਕਰਦੇ ਸੀ। ਹੁਣ ਅਸੀਂ 3 ਵਾੜਿਆਂ ਦੀ ਕਥਾ ਕਰਨੇ ਹਾਂ। ਨਿੰਮ ਦੇ ਦਰਖਤ ਦੇ ਆਲੇ ਦੁਆਲੇ ਦੀ ਜ਼ਮੀਨ ਸ਼੍ਰੀ ਹਰੀ ਵਿਨਾਇਕ ਸਾਠੇ ਨੇ ਮੁੱਲ ਲੈ ਲਈ ਅਤੇ ਉਸ ਥਾਂ 'ਤੇ ਇੱਕ ਵਿਸ਼ਾਲ ਭਵਨ ਬਣਵਾਇਆ ਜਿਸ ਦਾ ਨਾਂ ਸਾਠੇ ਵਾੜਾ ਰੱਖਿਆ ਗਿਆ। ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਇਹ ਵਾੜਾ ਸਰਾਂ ਹੀ ਰਹਿਣ ਦੀ ਇੱਕ ਮਾਤਰ ਥਾਂ ਸੀ ਜਿੱਥੇ ਹਮੇਸ਼ਾ ਭੀੜ ਰਹਿੰਦੀ ਸੀ। ਨਿੰਮ ਦੇ ਹੇਠਾਂ ਚਾਰੇ ਪਾਸੇ ਚਬੂਤਰਾ ਬਣਾਇਆ ਗਿਆ। ਪੌੜੀਆਂ ਦੇ ਹੇਠਾਂ ਦੱਖਣ ਵੱਲ ਇੱਕ ਛੋਟਾ ਜਿਹਾ ਮੰਦਰ ਹੈ ਜਿੱਥੇ ਭਗਤ ਲੋਕ ਚਬੂਤਰੇ ਤੋਂ ਉੱਤਰ ਵੱਲ ਮੂੰਹ ਕਰਕੇ ਬੈਠਦੇ ਹਨ। ਇੱਦਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜੇ ਭਗਤ ਵੀਰਵਾਰ ਅਤੇ ਸ਼ੁੱਕਰਵਾਰ ਸ਼ਾਮ ਇੱਥੇ ਧੂਪ, ਅਗਰਬੱਤੀ ਆਦਿ ਖੁਸ਼ਬੂ ਵਾਲੀਆਂ ਚੀਜ਼ਾਂ ਬਾਲਦੇ ਹਨ, ਉਹ ਈਸ਼ਵਰ ਦੀ ਕਿਰਪਾ ਨਾਲ ਸਦਾ ਸੁਖੀ ਰਹਿੰਦੇ ਹਨ। ਇਹ ਵਾੜਾ ਬਹੁਤ ਪੁਰਾਣਾ ਅਤੇ ਖਸਤਾ ਹਾਲ ਵਿੱਚ ਸੀ ਅਤੇ ਇਸ ਦੀ ਮੁਰੰਮਤ ਦੀ ਬਹੁਤ ਲੋੜ ਸੀ, ਜਿਹੜਾ ਸੰਸਥਾਨ ਨੂੰ ਪੂਰੀ ਕਰ ਦਿੱਤੀ। ਕੁਝ ਵਕਤ ਬਾਅਦ ਇੱਕ ਦੂਸਰਾ ਵਾੜਾ ਬਣਾਇਆ ਜਿਸ ਦਾ ਨਾਂ ਦੀਕਸ਼ਿਤ ਵਾੜਾ ਰੱਖਿਆ ਗਿਆ। ਕਾਕਾ ਸਾਹਿਬ ਦੀਕਸ਼ਿਤ ਕਾਨੂੰਨੀ ਸਲਾਹਕਾਰ ਸੋਲੀਸਿਟਰ ਜਦੋਂ ਇੰਗਲੈਂਡ ਵਿੱਚ ਸੀ, ਉਦੋਂ ਉੱਥੇ ਉਹਨਾਂ ਨੇ ਕੁਝ ਦੁਰਘਟਨਾ ਵਿੱਚ ਪੈਰ 'ਤੇ ਚੋਟ ਲੱਗ ਗਈ ਸੀ। ਉਹਨਾਂ ਨੇ ਕਈ ਇਲਾਜ ਕੀਤੇ ਪਰ ਪੈਰ ਠੀਕ ਨਹੀਂ ਹੋਇਆ। ਨਾਨਾ ਸਾਹਿਬ ਚਾਂਦੋਰਕਰ ਨੇ ਉਹਨਾਂ ਨੂੰ ਬਾਬਾ ਦੀ ਕਿਰਪਾ ਪ੍ਰਾਪਤ ਕਰਨ ਦੀ ਸਲਾਹ ਦਿੱਤੀ। ਇਸ ਲਈ ਉਹਨਾਂ ਨੇ ਸੰਨ 1909 ਵਿੱਚ ਬਾਬਾ ਦੇ ਦਰਸ਼ਨ ਕੀਤੇ। ਉਹਨਾਂ ਨੇ ਬਾਬਾ ਨੂੰ ਪੈਰ ਦੀ ਥਾਂ ਆਪਣੇ ਮਨ ਦੀ ਅਪਾਹਜਤਾ ਦੂਰ ਕਰਨ ਦੀ ਪ੍ਰਾਰਥਨਾ ਕੀਤੀ। ਬਾਬਾ ਦੇ ਦਰਸ਼ਨਾਂ ਨਾਲ ਉਹਨਾਂ ਨੂੰ ਇੰਨਾ ਸੁੱਖ ਮਿਲਿਆ ਕਿ ਉਹਨਾਂ ਦੇ ਪੱਕੇ ਤੌਰ 'ਤੇ ਸ਼ਿਰਡੀ ਵਿੱਚ ਰਹਿਣ ਦਾ ਮਨ ਬਣਾ ਲਿਆ ਅਤੇ ਇਸ ਲਈ ਉਹਨਾਂ ਨੇ ਆਪਣੇ ਭਗਤਾਂ ਦੇ ਰਹਿਣ ਲਈ ਇੱਕ ਵਾੜਾ ਬਣਾਇਆ। ਇਸ ਭਗਤ ਭਵਨ ਦੀ ਨੀਂਹ 9 ਦਸੰਬਰ 1910 ਨੂੰ ਰੱਖੀ ਗਈ। ਉਸੇ ਦਿਨ ਹੋਰ 2 ਖਾਸ ਘਟਨਾਵਾਂ ਹੋਈਆਂ। ਸ਼੍ਰੀ ਦਾਦਾ ਸਾਹਿਬ ਖਾਪਰਡੇ ਨੂੰ ਘਰ ਵਾਪਸ ਜਾਣ ਦੀ ਆਗਿਆ ਮਿਲ ਗਈ ਅਤੇ ਦੂਸਰੀ, ਚਾਵੜੀ ਵਿੱਚ ਰਾਤ ਦੀ ਆਰਤੀ ਸ਼ੁਰੂ ਹੋ ਗਈ। ਕੁਝ ਦੇਰ ਬਾਅਦ ਵਾੜਾ ਪੂਰਨ ਰੂਪ ਵਿੱਚ ਬਣ ਗਿਆ ਅਤੇ 1911 ਦੀ ਰਾਮਨੌਮੀ ਦੇ ਸ਼ੁਭ ਮੌਕੇ 'ਤੇ ਇਸ ਦਾ ਉਦਘਾਟਨ ਕਰ ਦਿੱਤਾ ਗਿਆ। ਇਸ ਦੇ ਬਾਅਦ ਇੱਕ ਹੋਰ ਵਾੜਾ ਜਿਵੇਂ ਸ਼ਾਹੀ ਭਵਨ ਹੋਵੇ, ਨਾਗਪੁਰ ਦੇ ਪ੍ਰਸਿੱਧ ਸ਼੍ਰੀਮਾਨ ਬੂਟੀ ਨੇ ਬਣਵਾਇਆ।
ਇਸ ਭਵਨ ਨੂੰ ਬਣਵਾਉਣ ਵਿੱਚ ਬਹੁਤ ਧਨ ਖਰਚ ਹੋਇਆ। ਉਹਨਾਂ ਦੀ ਸਾਰੀ ਮਿਹਨਤ ਸਫਲ ਹੋ ਗਈ, ਕਿਉਂਕਿ ਬਾਬਾ ਦਾ ਸਰੀਰ ਹੁਣ ਉੱਥੇ ਸ਼ਾਂਤੀ ਪਾ ਰਿਹਾ ਹੈ ਅਤੇ ਹੁਣ ਇਹ ਸਮਾਧੀ ਮੰਦਰ ਦੇ ਨਾਂ ਨਾਲ ਮਸ਼ਹੂਰ ਹੈ। ਇਸ ਮੰਦਰ ਵਾਲੀ ਥਾਂ 'ਤੇ ਪਹਿਲਾਂ ਇੱਕ ਬਗੀਚਾ ਸੀ, ਜਿਸ ਵਿੱਚ ਬਾਬਾ ਆਪਣੇ ਪੌਦਿਆਂ ਨੂੰ ਪਾਣੀ ਦਿੰਦੇ ਸੀ ਅਤੇ ਪੌਦਿਆਂ ਦੀ ਦੇਖਭਾਲ ਕਰਦੇ ਸੀ। ਜਿੱਥੇ ਪਹਿਲਾਂ ਛੋਟੀ ਜਿਹੀ ਕੁਟੀਆ ਵੀ ਨਹੀਂ ਸੀ, ਉੱਥੇ ਤਿੰਨ ਵਾੜੇ ਬਣ ਗਏ। ਇਹਨਾਂ ਵਿੱਚ 60 ਵਾੜਾ ਪੁਰਾਣੇ ਵਕਤ ਦੀ ਵਿੱਚ ਬਹੁਤ ਉਪਯੋਗੀ ਸੀ। ਬਗੀਚੇ ਦੀ ਕਥਾ ਵਾਮਨ ਦਾਤਿਆ ਦੀ ਮਦਦ ਨਾਲ ਆਪ ਬਗੀਚੇ ਦੀ ਦੇਖਭਾਲ, ਸ਼ਿਰਡੀ ਤੋਂ ਸ਼੍ਰੀ ਸਾਈਂ ਬਾਬਾ ਦੀ ਆਰਜ਼ੀ ਗੈਰ ਹਾਜ਼ਰੀ ਅਤੇ ਚਾਂਦ ਪਾਟਿਲ ਦੀ ਬਰਾਤ ਨਾਲ ਫਿਰ ਸ਼ਿਰਡੀ ਵਾਪਸੀ, ਦੇਵੀ ਦਾਸ, ਜਾਨਕੀ ਦਾਸ, ਗੰਗਾਗੀਰ ਦੀ ਸੰਗਤ, ਮੋਹਿਦੀਨ ਤਮੋਲੀ ਨਾਲ ਕੁਸ਼ਤੀ, ਮਸਜਿਦ ਵਿੱਚ ਡੇਰਾ, ਸ਼੍ਰੀ ਡੋਂਗਲੇ ਅਤੇ ਹੋਰ ਭਗਤਾਂ ਵਿੱਚ ਨਾਲ ਪਿਆਰ ਅਤੇ ਹੋਰ ਘਟਨਾਵਾਂ ਦਾ ਅਗਲੇ ਅਧਿਆਏ ਵਿੱਚ ਵਰਣਨ ਕੀਤਾ ਗਿਆ ਹੈ। ਓਮ ਸ਼੍ਰੀ ਸਤਿਗੁਰੂ ਸਾਈਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਸ਼ਾਂਤੀ ਪਾਓ। ਓਮ ਸਾਈਨਾਥਾਏ ਨਮः, ਓਮ ਸਾਈਨਾਥਾਏ ਨਮः, ਓਮ ਸਾਈਨਾਥਾਏ ਨਮः।